ਹੈਲੋ ਸਟੂਡੈਂਟ, ਸਾਡਾ ਕਲਾਸ 11th ਦਾ ਅਸੀਂ ਚੈਪਟਰ ਕਰ ਲੱਗੇ ਹਾਂ ਜੀ। ਨਿਊ ਚੈਪਟਰ ਸਟਾਰਟ ਕਰ ਲੱਗੇ ਜੂਨ 5th। ਇਹਦੇ ਵਿੱਚ ਹੈਗਾ ਜੀ ਸਟੇਟ ਆਫ ਮੈਟਰ, ਗੈਸਸ ਐਂਡ ਲਿਕੁਇਡਸ। ਠੀਕ ਹੈ ਜੀ। ਇਸ ਤੋਂ ਪਹਿਲਾਂ ਜਿਹੜਾ ਅਸੀਂ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਜਿਹੜਾ ਉਹ ਫੁੱਲ ਤਰੀਕੇ ਨਾਲ ਖਤਮ ਕਰ ਚੁੱਕੇ ਹਾਂ। ਦੇਖੋ ਜਿਹੜੇ ਹੁਣ ਚੈਪਟਰ ਆ, ਇਹ ਸਾਰੇ ਜਿਹੜੇ ਚੈਪਟਰ ਆ ਅਸੀਂ ਪੂਰੇ ਨਹੀਂ ਪੜ੍ਹਨੇ। ਇਹਨਾਂ ਦੇ ਵਿੱਚ ਕੀ ਆ ਜੀ, ਸਿਰਫ 2 ਚੈਪਟਰ ਹੁਣ ਪੂਰੇ ਪੜ੍ਹਨੇ ਆ। ਇੱਕ ਰੈਡੋਕਸ ਰਿਐਕਸ਼ਨ ਪੜ੍ਹਨਾ ਵਾ, ਜਿਹਦੀ ਸਾਨੂੰ ਬਹੁਤ ਜ਼ਿਆਦਾ ਨੀਡ ਹੋਊਗੀ। ਅਗਰ ਆਰਗੈਨਿਕ ਕੈਮਿਸਟਰੀ ਪੂਰਾ ਪੜ੍ਹਨਾ। ਉਸ ਤੋਂ ਇਲਾਵਾ ਜਿੰਨੇ ਵੀ ਚੈਪਟਰ ਆ ਨਾ, ਉਹ ਅਸੀਂ ਸਾਰੇ ਸਟੱਡੀ ਨਹੀਂ ਕਰਨੇ। ਉਹਦੇ ਵਿੱਚ ਸਿਰਫ ਅਸੀਂ ਕੁਝ ਟੌਪਿਕ ਜਿਹੜੇ ਆ ਉਹ ਸਟੱਡੀ ਕਰਨੇ ਜਿਨ੍ਹਾਂ ਦੀ ਸਾਨੂੰ ਜ਼ਿਆਦਾ ਜ਼ਰੂਰਤ ਹੈ। ਔਰ ਅੱਜ ਅਸੀਂ ਯੂਨਿਟ 5 ਜਿਹੜਾ ਸ਼ੁਰੂ ਕਰਨ ਲੱਗੇ ਹਾਂ, ਸਟੇਟ ਆਫ ਮੈਟਰ। ਹੋ ਸਕਦਾ ਤੁਸੀਂ ਯੂਨਿਟ ਜਿਹੜਾ ਵਾ ਪਹਿਲਾਂ ਵੀ 9th 10th ਦੇ ਵਿੱਚ ਵੀ ਕਿਤੇ ਨਾ ਕਿਤੇ ਪੜ੍ਹਿਆ ਹੋਵੇ। ਇਹ ਚੀਜ਼ਾਂ ਜਿਹੜੀਆਂ ਬੇਸਿਕ ਹੈ, ਇਹਦੇ ਵਿੱਚ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਮੈਟਰ ਦੀ ਗੱਲ ਕਰਾਂਗੇ ਕਿ ਮੈਟਰ ਕੀ ਹੁੰਦਾ ਵਾ। ਐਨੀ ਸਬਸਟੈਂਸ ਹੈਜ਼ ਮਾਸ ਐਂਡ ਆਕੂਪਾਈ ਸਪੇਸ ਇਜ਼ ਨੋਨ ਐਜ਼ ਮੈਟਰ। ਔਰ ਇਹਦੀ ਐਗਜ਼ਾਮਪਲ ਹੈਗੀ ਹੈ ਜੀ 5 ਤੱਤਵ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਬੋਡੀ ਦੇ ਵਿੱਚ 5 ਸਟੇਟ ਆਫ ਮੈਟਰ ਹੁੰਦੇ ਆ। ਕਿਹੜੇ 5 ਸਟੇਟ ਆਫ ਮੈਟਰ ਹੁੰਦੇ ਆ ਜੀ? ਏਅਰ ਹੁੰਦੀ ਹੈ, ਜਿਹਨੂੰ ਹਵਾ ਕਹਿ ਦਿੰਦੇ ਆ। ਉਸ ਤੋਂ ਬਾਅਦ ਸਪੇਸ ਹੁੰਦੀ ਆ, ਜਿਹਨੂੰ ਅਸੀਂ ਅਸਮਾਨ ਕਹਿ ਦਿੰਦੇ ਆ। ਵਾਟਰ ਕਹਿ ਸਕਦੇ ਆ, ਵਾਟਰ ਪਾਣੀ ਹੁੰਦਾ ਵਾ। ਫਾਇਰ ਦੀ ਗੱਲ ਕਰੀਏ, ਅੱਗ ਹੁੰਦੀ ਆ। ਅਰਥ ਸਾਡੀ ਧਰਤੀ ਹੁੰਦੀ ਆ। ਇਹ ਸਾਰੇ ਕੀ ਆ ਜੀ? 5 ਸਟੇਟ ਆਫ ਮੈਟਰ ਹੈ, ਜਿਹੜੇ ਨੈਚੁਰਲੀ ਸਾਡੇ ਕੋਲ ਅਵੇਲੇਬਲ ਹੁੰਦੇ ਆ। ਉਸ ਤੋਂ ਬਾਅਦ ਵੇਖੋ ਜੀ, ਸਾਡੇ ਨੀਅਰ ਅਬਾਊਟ ਕੋਈ ਵੀ ਇਹੋ ਜਿਹੀ ਬੋਡੀ ਨਹੀਂ ਗੀ ਜਿਹਦਾ ਮਾਸ ਨਾ ਹੋਵੇ, ਜਾਂ ਜਿਹੜੀ ਬੋਡੀ ਸਪੇਸ ਆਕੂਪਾਈ ਨਾ ਕਰਦੀ ਹੋਵੇ। ਚਾਹੇ ਤੁਸੀਂ ਇਹ ਮਾਰਕਰ ਦੀ ਗੱਲ ਕਰ ਲਓ, ਇਹ ਮਾਰਕਰ ਵੀ ਵੇਖੋ ਕੋਈ ਨਾ, ਇਹਦਾ ਵੀ ਕੋਈ ਨਾ ਕੋਈ ਮਾਸ ਆ ਔਰ ਸਪੇਸ ਆਕੂਪਾਈ ਕਰਦਾ। ਇਹ ਮੋਬਾਈਲ ਦੀ ਗੱਲ ਕਰ ਲਓ, ਇਹ ਮੋਬਾਈਲ ਵੀ ਵੇਖੋ ਜੀ, ਇਹਦਾ ਵੀ ਕੋਈ ਨਾ ਕੋਈ ਮਾਸ ਆ, ਸਪੇਸ ਆਕੂਪਾਈ ਕਰਦਾ ਵਾ। ਇੱਦਾਂ ਤੁਹਾਡੇ ਨੀਅਰ ਅਬਾਊਟ ਜੋ ਵੀ ਕੁਝ ਹੋਊਗਾ ਨਾ, ਕੋਈ ਵੀ ਤੁਹਾਡੇ ਲਾਗੇ ਸਬਸਟੈਂਸ ਹੈ, ਤੁਹਾਡੇ ਨੀਅਰ ਅਬਾਊਟ ਕੋਈ ਵੀ ਸਬਸਟੈਂਸ ਹੈ, ਉਹਦਾ ਮਾਸ ਵੀ ਹੈਗਾ ਵਾ ਔਰ ਉਹ ਸਪੇਸ ਵੀ ਆਕੂਪਾਈ ਕਰਦਾ। ਮੀਨ ਉਹ ਸਪੇਸ ਵੀ, ਜਗ੍ਹਾ ਵੀ ਐਕਵਾਇਰ ਕਰਦਾ। ਕੋਈ ਨਾ ਕੋਈ ਉਹਨੂੰ ਜਗ੍ਹਾ ਚਾਹੀਦੀ ਹੈ ਰੱਖਣ ਵਾਸਤੇ। ਜਿਵੇਂ ਇਹ ਮੇਰੇ ਮੋਬਾਈਲ ਨੂੰ ਵੀ ਰੱਖਣ ਵਾਸਤੇ ਜਗ੍ਹਾ ਚਾਹੀਦੀ ਆ, ਇਹ ਵਾਲੇ ਡਸਟ ਆਪਣਾ ਮਾਰਕਰ ਨੂੰ ਵੀ ਰੱਖਣ ਵਾਸਤੇ ਜਗ੍ਹਾ ਚਾਹੀਦੀ ਹੈ। ਮੀਨਸ ਨੀਅਰ ਅਬਾਊਟ ਕੋਈ ਵੀ ਤੁਹਾਡੇ ਕੋਈ ਵੀ ਆਬਜੈਕਟ ਆ, ਕੋਈ ਵੀ ਸਬਸਟੈਂਸ ਆ, ਉਹਦਾ ਮਾਸ ਵੀ ਹੈਗਾ ਵਾ ਔਰ ਉਹਨੂੰ ਕੋਈ ਨਾ ਕੋਈ ਜਗ੍ਹਾ ਵੀ ਚਾਹੀਦੀ ਹੈ, ਉਹਨੂੰ ਕੋਈ ਨਾ ਕੋਈ ਸਪੇਸ ਵੀ ਚਾਹੀਦੀ ਹੈ। ਇਸ ਕਰਕੇ ਇਹ ਲਾਈਨ ਆਪਾਂ ਲਿਖੀ ਆ, ਐਨੀ ਸਬਸਟੈਂਸ ਹੈਜ਼ ਮਾਸ ਐਂਡ ਆਕੂਪਾਈ ਸਪੇਸ। ਮੀਨਸ ਕੋਈ ਵੀ ਜਿਹੜਾ ਸਬਸਟੈਂਸ ਆ, ਉਹਦਾ ਮਾਸ ਵੀ ਹੈਗਾ ਵਾ ਔਰ ਉਹ ਸਪੇਸ ਵੀ ਆਕੂਪਾਈ ਕਰਦਾ ਵਾ। ਉਹਨੂੰ ਬੋਲਦੇ ਨੇ ਅਸੀਂ ਮੈਟਰ। ਔਰ ਮੈਟਰ ਦੀ ਬੈਸਟ ਐਗਜ਼ਾਮਪਲ ਹੈ 5 ਤੱਤਵ। ਔਰ ਬੈਸਟ ਐਗਜ਼ਾਮਪਲ ਹੈ ਸਾਡੀ ਹਿਊਮਨ ਬੋਡੀ ਬੈਸਟ ਐਗਜ਼ਾਮਪਲ ਹੈ ਜੀ ਮੈਟਰ ਦੀ। ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਸਟੇਟਸ ਆਫ ਮੈਟਰ, ਜਿਹੜਾ ਸਾਡੇ ਅੱਜ ਦਾ ਮੇਨ ਟੌਪਿਕ ਹੈ। ਕਿਉਂਕਿ ਸਟੇਟਸ ਆਫ ਮੈਟਰ ਕੀ ਹੁੰਦਾ ਵਾ? ਐਟ ਐਨੀ ਟੈਂਪਰੇਚਰ ਮੈਟਰ ਚੇਂਜ ਦਾ ਸਟੇਟ ਫਰੋਮ ਸੋਲਟ ਟੂ ਲਿਕੁਇਡ ਔਰ ਲਿਕੁਇਡ ਟੂ ਗੈਸ। ਦੇਖੋ ਜੀ, ਅਸੀਂ ਕੋਈ ਵੀ ਟੈਂਪਰੇਚਰ ਦੇ ਉੱਤੇ, ਕਿਸੇ ਵੀ ਟੈਂਪਰੇਚਰ ਦੇ ਉੱਤੇ ਮੈਟਰ ਨੂੰ ਰੱਖਦੇ ਹਾਂ। ਜਦੋਂ ਮੈਟਰ ਨੂੰ ਰੱਖਦੇ ਹਾਂ, ਉਹ ਇੱਕ ਪਾਰਟੀਕੂਲਰ ਟੈਂਪਰੇਚਰ ਦੇ ਉੱਤੇ ਪਾਰਟੀਕੂਲਰ ਸਟੇਟ ਚੇਂਜ ਕਰਦਾ ਵਾ। ਅਗਰ ਅਸੀਂ ਉਹਨੂੰ 25 ਡਿਗਰੀ ਸੈਲਸੀਅਸ ਤੇ ਰੱਖਦੇ ਹਾਂ, ਉਹ ਸੋਲਟ ਫਾਰਮ 'ਚ ਹੁੰਦਾ ਵਾ। ਅਗਰ ਉਹਦਾ ਅਸੀਂ ਟੈਂਪਰੇਚਰ ਰਾਈਜ਼ ਕਰ ਦਿੰਦੇ ਹਾਂ, ਉਹ ਲਿਕੁਇਡ ਸਟੇਟ 'ਚ ਆ ਜਾਂਦਾ ਵਾ। ਅਗਰ ਹੋਰ ਟੈਂਪਰੇਚਰ ਰਾਈਜ਼ ਕਰ ਦਿੰਦੇ ਹਾਂ, ਗੈਸੀਅਸ ਸਟੇਟ 'ਚ ਆ ਜਾਂਦਾ ਵਾ। ਮੀਨਸ ਇੱਕ ਪਾਰਟੀਕੂਲਰ ਟੈਂਪਰੇਚਰ ਉੱਤੇ ਜਦੋਂ ਵੀ ਅਸੀਂ ਮੈਟਰ ਨੂੰ ਰੱਖਦੇ ਹਾਂ, ਉਹ ਜਿਹੜਾ ਪਾਰਟੀਕੂਲਰ ਟੈਂਪਰੇਚਰ ਆ, ਉੱਤੇ ਉਹਦੀ ਮੈਟਰ ਦੀ ਸਟੇਟ ਜਿਹੜੀ ਹੈ ਡਿਫਰੈਂਟ ਹੁੰਦੀ ਹੈ। ਹਰ ਕਿਸੇ ਟੈਂਪਰੇਚਰ ਡਿਫਰੈਂਟ ਹੁੰਦੀ ਹੈ। ਅਗਰ 25 ਡਿਗਰੀ ਸੈਲਸੀਅਸ ਤੇ ਅਗਰ ਤੁਸੀਂ ਇੱਕ ਆਈਸ ਦਾ ਪੀਸ ਲੈ ਲੈਣਾ, ਉਹਨੂੰ 100 ਡਿਗਰੀ ਸੈਲਸੀਅਸ ਤੇ ਰੱਖਣਾ, ਉਹ ਲਿਕੁਇਡ 'ਚ ਕਨਵਰਟ ਹੋਣਾ ਸ਼ੁਰੂ ਹੋ ਜਾਊਗਾ। ਸੋਲਟ ਤੋਂ ਲਿਕੁਇਡ 'ਚ ਕਨਵਰਟ ਹੋਣਾ ਸ਼ੁਰੂ ਹੋ ਜਾਊਗਾ। ਅਗਰ ਅਸੀਂ ਥੋੜਾ ਜਿਹਾ ਹੀਟ ਅਪ ਕਰ ਦੋਗੇ ਨਾ, ਉਹ ਲਿਕੁਇਡ ਤੋਂ ਵੇਪਰ ਦੇ ਵਿੱਚ ਆਉਣਾ ਸ਼ੁਰੂ ਕਰੇਗੀ, ਉਹਦੀ ਗੈਸ ਬਣਨੀ ਸ਼ੁਰੂ ਹੋ ਜਾਊਗੀ। ਇੱਦਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲ ਹੋਣੀਆਂ, ਮੈਟਲ ਦੇ ਵਿੱਚ, ਨੋਨ ਮੈਟਲ ਦੇ ਵਿੱਚ ਵੀ ਇਹ ਐਗਜ਼ਾਮਪਲ ਹੋਣੀ ਹੈ। ਮੀਨਸ ਤੁਸੀਂ ਇੰਨੀ ਚੀਜ਼ ਚੇਤੇ ਰੱਖਣੀ ਕਿ ਸਟੇਟ ਆਫ ਮੈਟਰ ਕੀ ਹੁੰਦਾ ਵਾ, ਕਿਸੇ ਵੀ ਇੱਕ ਪਾਰਟੀਕੂਲਰ ਟੈਂਪਰੇਚਰ ਤੇ ਜਦੋਂ ਅਸੀਂ ਮੈਟਰ ਨੂੰ ਰੱਖਦੇ ਹਾਂ, ਮੈਟਰ ਜਿਹੜਾ ਵਾ ਆਪਦੀ ਸਟੇਟ ਚੇਂਜ ਕਰਦਾ ਵਾ। ਇੱਕ ਵਾਰ ਮੈਂ ਫੇਰ ਰਿਪੀਟ ਕਰਦਾ ਹਾਂ, ਆਈ ਐਮ ਰਿਪੀਟਿੰਗ ਮਾਈ ਸੈਂਟੈਂਸ। ਕਿਸੇ ਵੀ ਇੱਕ ਪਾਰਟੀਕੂਲਰ ਟੈਂਪਰੇਚਰ ਦੇ ਉੱਤੇ ਅਸੀਂ ਮੈਟਰ ਨੂੰ ਰੱਖਦੇ ਹਾਂ, ਜਿਹੜਾ ਮੈਟਰ ਆ ਉਹ ਆਪਦੀ ਸਟੇਟ ਚੇਂਜ ਕਰਦਾ। ਕਿਹੜੀ ਸਟੇਟ ਚੇਂਜ ਕਰਦਾ ਜੀ? ਸੋਲਟ ਤੋਂ ਲਿਕੁਇਡ ਔਰ ਲਿਕੁਇਡ ਤੋਂ ਗੈਸ। ਉਸ ਤੋਂ ਬਾਅਦ ਦੇਖੋ ਜੀ ਬਲਕ ਪ੍ਰੋਪਰਟੀਜ਼ ਕੀ ਹੁੰਦੀਆਂ ਜੀ? ਇਨ ਦਿਸ ਪ੍ਰੋਸੈਸ ਟੂ ਸਟੱਡੀ ਦਾ ਹੋਲ ਪ੍ਰੋਪਰਟੀਜ਼ ਆਫ ਮੈਟਰ। ਇਹਦੇ ਵਿੱਚ ਜਿਹੜਾ ਮੈਟਰ ਆ, ਉਹਦੀਆਂ ਹੋਲ ਪ੍ਰੋਪਰਟੀ, ਜਿੰਨੀਆਂ ਵੀ ਉਹਦੀਆਂ ਪ੍ਰੋਪਰਟੀ ਸਾਰੀਆਂ ਸਟੱਡੀ ਕਰਦੇ ਇਹਦੇ ਵਿੱਚ। ਬਲਕ ਪ੍ਰੋਪਰਟੀ ਦੇ ਵਿੱਚ ਕੀ ਹੁੰਦਾ ਜੀ? ਅਸੀਂ ਕੋਈ ਵੀ ਮੈਟਰ ਆ, ਉਹਦੀਆਂ ਹੋਲ ਪ੍ਰੋਪਰਟੀਜ਼, ਉਹਦੀਆਂ ਸਾਰੀਆਂ ਪ੍ਰੋਪਰਟੀਜ਼ ਜਿਹੜੀਆਂ ਸਟੱਡੀ ਕਰਦੇ ਉਹਨੂੰ ਬੋਲਦੇ ਨੇ ਬਲਕ ਪ੍ਰੋਪਰਟੀਜ਼। ਉਸ ਤੋਂ ਬਾਅਦ ਵੇਖੋ ਜੀ, ਮੈਟਰ ਜਿਹੜਾ ਵਾ ਇਹਨੂੰ ਥੋੜਾ ਰੈਗੂਲੇਟ ਕੀਤਾ ਵਾ। ਫਸਟ ਤੇ ਕੀ ਹੈ? ਮੈਟਰ ਕਿਹਨੂੰ ਮਿਲ ਕੇ ਬਣਦਾ ਜੀ? ਇਟ ਇਜ਼ ਦਾ ਕੰਬੀਨੇਸ਼ਨ ਆਫ ਐਟਮਸ। ਕੋਈ ਵੀ ਜਿਹੜਾ ਮੈਟਰ ਆ ਕਿਹਨੂੰ ਮਿਲ ਕੇ ਬਣਿਆ? ਐਟਮਸ ਨੂੰ ਮਿਲ ਕੇ ਬਣਿਆ। ਬਹੁਤ ਸਾਰੇ ਐਟਮ ਜਿਹੜੇ ਆ, ਕਹਿ ਸਕਦੇ ਆ ਕਿ ਲੱਖਾਂ ਕਰੋੜਾਂ ਦੀ ਜਾਂ ਇਨਫਿਨਾਈਟ ਉਹਦੀ ਆਪਾਂ ਕਾਊਂਟਿੰਗ ਕਹਿ ਸਕਦੇ ਆ ਕਿ ਇਨਫਿਨਾਈਟ ਜਿਹੜੇ ਐਟਮ ਆ, ਉਹਨੂੰ ਕੰਬਾਈਨ ਕਰਕੇ, ਉਹਨੂੰ ਜੋੜ ਕੇ ਕੀ ਬਣਦਾ ਜੀ? ਮੈਟਰ ਬਣਦਾ ਵਾ। ਔਰ ਤੁਹਾਡੀ ਬੋਡੀ ਦੀ ਬੈਸਟ ਐਗਜ਼ਾਮਪਲ ਹੈ। ਤੁਹਾਡੀ ਬੋਡੀ ਵੀ ਬਹੁਤ ਸਾਰੇ ਐਟਮ ਨੂੰ ਮਿਲ ਕੇ ਬਣੀ ਹੈ। ਉੱਦਾਂ ਹੀ ਜੀ ਉਹਨੂੰ ਕਹਿ ਦਿੰਦੇ ਅਸੀਂ ਮੈਟਰ ਕਹਿ ਦਿੰਦੇ ਹਾਂ। ਮੀਨਸ ਤੁਹਾਡੀ ਬੋਡੀ ਜਿਹੜੀ ਬੈਸਟ ਐਗਜ਼ਾਮਪਲ ਆ, ਇਟ ਇਜ਼ ਦਾ ਕੰਬੀਨੇਸ਼ਨ ਆਫ ਨੰਬਰ ਆਫ ਐਟਮਸ। ਉਸ ਤੋਂ ਬਾਅਦ ਦੇਖੋ ਜੀ, ਮੈਟਰ ਦੀ ਫਸਟ ਟਾਈਪ ਹੈ ਮੈਟਰ ਦੀ ਸੋਲਿਡ ਦੇ ਵਿੱਚ ਵੇਖੋ ਜੀ ਕੀ ਆ, ਆਪਾਂ ਨਾਲ ਸਟੱਡੀ ਕਰਦੇ ਨਾਲ ਸਮਝਦੇ ਜਾਂਦੇ ਆ। ਫਸਟ ਵੇਖੋ ਜੀ, ਪੁਆਇੰਟ 'ਤੇ ਕੀ ਲਿਖਿਆ ਵਾ ਸੋਲਿਡ ਦੇ ਵਿੱਚ?
इट हैव क्लोजली पैक्ड मॉलिक्यूल्स। ये वास्ते मैं एक छोटी जी डायग्राम बनाना नाल इहदे देखो जी कि तुसीं अपनी कॉपी दे विच इदां बना लैनी है। ये देखो जी मैं 1D डायग्राम बनाई, वन डायमेंशनल डायग्राम। मैंने पहले एक बॉडी लई है, बॉडी के मॉलिक्यूल आप बना लेने हैं जी। देखो जी इदां करके मैं समझ लो कि बॉडी के मॉलिक्यूल है। देखो ये बॉडी के मॉलिक्यूल है, ठीक है जी। बॉडी के मॉलिक्यूल जिहड़े है एक ये क्लोजली पैक्ड है। क्लोजली पैक्ड मीन इन्हां दे विच थोड़ा भी गैप नहीं है। देखो सारे जिहड़े एक दूसरे नाल टच करदे पए आ। सैकंड पॉइंट की लिखा वा इंटरमॉलिक्यूलर अट्रैक्शन फोर्स, या कह सकते हैं शॉर्ट दे विच IMF भी कह सकते हैं, या फिर इंटरमॉलिक्यूलर अट्रैक्शन फोर्स। नेक्स्ट टाइम मैं सिर्फ IMF लिखूंगा, तुसीं कॉपी दे पूरा नोट करना वा। देखो जी इंटरमॉलिक्यूलर अट्रैक्शन फोर्स इज लार्ज। ਇਹਦਾ ਜਿਹੜਾ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਹੈ ਲਾਰਜ ਹੁੰਦਾ ਵਾ। ਦੇਖੋ ਜੀ ਸਾਰੇ ਮੋਲੀਕੂਲ ਨੇੜੇ ਨੇੜੇ ਹੈ, ਜਦੋਂ ਮੋਲੀਕੂਲ ਨੇੜੇ ਨੇੜੇ ਹੋਣਗੇ ਕੀ ਕਰਨਗੇ, ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਕਿਉਂਕਿ ਤੁਹਾਨੂੰ ਪਤਾ ਜਿਹੜੇ ਮੋਲੀਕੂਲ ਹੈ, ਮੋਲੀਕੂਲ ਦੇ ਵਿੱਚ ਕੀ ਹੋਊਗਾ, ਮੋਲੀਕੂਲ ਕਿਹਨੂੰ ਮਿਲ ਕੇ ਬਣਿਆ, ਮੋਲੀਕੂਲ ਨੰਬਰ ਆਫ ਐਟਮ ਨੂੰ ਮਿਲ ਕੇ ਬਣਿਆ। ਜਿਹੜਾ ਐਟਮ ਹੈ ਉਹਦੇ ਸੈਂਟਰ 'ਚ ਨਿਊਕਲੀਅਸ ਹੁੰਦਾ ਵਾ, ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੁੰਦਾ ਵਾ, ਔਰ ਉਹਦੇ ਆਲ ਰਾਊਂਡ ਕੀ ਉਹਦੇ ਇਲੈਕਟ੍ਰੋਨ ਹੁੰਦੇ, ਇਲੈਕਟ੍ਰੋਨ ਦਾ ਨੈਗੇਟਿਵ ਚਾਰਜ ਹੁੰਦਾ ਵਾ। ਇਦਾਂ ਜਿੰਨੇ ਵੀ ਇਹਦੇ ਵਿੱਚ ਮੋਲੀਕੂਲ ਆ, ਜਿੰਨੇ ਵੀ ਇਹਦੇ ਵਿੱਚ ਮੋਲੀਕੂਲ ਆ, ਸਾਰਿਆਂ ਦੇ ਐਟਮ ਹੋਣਗੇ, ਸਾਰੇ ਦੇ ਵਿੱਚ ਨਿਊਕਲੀਅਸ ਹੋਣਗੇ, ਸਾਰੇ ਦੇ ਵਿੱਚ ਇਲੈਕਟ੍ਰੋਨ ਹੋਣਗੇ, ਔਰ ਸਾਰੇ ਕਰਨਗੇ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਸੋ ਇਸ ਕਰਕੇ ਕੀ ਹੈ ਜੀ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਜਿਹੜਾ ਦਾ ਲਾਰਜ ਹੋਊਗਾ, ਕਿਉਂਕਿ ਇਹਦੇ ਵਿੱਚ ਗੈਪ ਹੀ ਨਹੀਂ ਹੈਗਾ, ਬਿਲਕੁਲ ਕਲੋਜ਼ਲੀ ਪੈਕਡ ਹੈ, ਬਿਲਕੁਲ ਕਲੋਜ਼ ਕਹਿ ਸਕਦੇ ਹਾਂ ਕਿ ਇੱਕ ਦੂਜੇ ਨਾਲ ਲਿੰਕ ਹੈ, ਕਲੋਜ਼ ਇੱਕ ਦੂਜੇ ਨਾਲ ਬੌਂਡ ਹੈ। ਇਸ ਕਰਕੇ ਕੀ ਜੀ ਇਹਨਾਂ ਦਾ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਜਿਹੜਾ ਜ਼ਿਆਦਾ ਹੋਊਗਾ, ਮੀਨਸ ਇੱਕ ਦੂਜੇ ਨੂੰ ਕੀ ਕਰਨਗੇ ਜੀ ਆਪਦੇ ਵੱਲ ਨੂੰ ਖਿੱਚਣਗੇ। ਉਸ ਤੋਂ ਬਾਅਦ ਦੇਖੋ ਜੀ ਥਰਡ ਵਾਲਾ ਪੁਆਇੰਟ ਹੈ ਇੰਟਰਮੋਲੀਕੂਲਰ ਸਪੇਸ ਇਜ਼ ਸਮਾਲ। ਦੇਖੋ ਜੀ ਇਹਦੀ ਜਿਹੜੀ ਸਪੇਸ ਹੈ ਬਹੁਤ ਘੱਟ ਹੈ। देखो ये कितना गैप घट है, ये कोई चीज नहीं पास कर सकते, क्योंकि एक साइड जी है बिल्कुल टैच होती पई है। इतना इतने देखो इंटरमोलीक्यूलर स्पेस बिल्कुल घट है, मीन जिन्ने भी मॉलिक्यूल है सारे क्लोजली बाइंड है, बिल्कुल क्लोजली बाइंड। इन्ना भी गैप नहीं है कि कोई चीज आर पार लगा सकी है। इस करके कह सकते हैं इंटरमोलीक्यूलर स्पेस इज स्मॉल। इनू मैं IMS लिखा वा, नैक्सट टाइम मैं IMS लिखूंगा, तुम कॉपी का पूरा लिखना। अगर कॉपी का पूरा ना लिखा मैं गलत करूंगा। उस तो बाद देखो जी सॉल्ट की एक बहुत बेस्ट प्रॉपर्टी होती है, इट इज रिजिड। ਤੁਹਾਨੂੰ ਪਤਾ ਜਿਹੜਾ ਕੋਈ ਸੋਲਿਡ ਬੋਡੀ ਹੈ ਰਿजिड ਹੁੰਦੀ ਹੈ, ਚਾਹੇ ਤੁਸੀਂ ਬ੍ਰਿਕ ਦੀ ਗੱਲ ਕਰੋ, ਇੱਟ ਦੀ ਗੱਲ ਕਰ ਲਓ, ਇੱਟ ਵੀ ਸਖਤ ਹੁੰਦੀ ਹੈ। ਉਸ ਤੋਂ ਬਾਅਦ ਆਈਸ ਦੀ ਗੱਲ ਕਰ ਲਓ, ਅਗਰ ਆਈਸ ਸੋਲਿਡ ਫਾਰਮ ਦੇ ਵਿੱਚ ਹੈ ਤੇ ਉਹ ਕੀ ਹੁੰਦੀ, ਰਿजिड ਹੁੰਦੀ ਹੈ, ਸਖਤ ਹੁੰਦੀ ਹੈ। ਰਿजिड ਮੀਨ ਸਖਤ ਹੋਣਾ, ਉਹਨੂੰ ਆਪਾਂ ਸਖਤ ਵੀ ਕਹਿ ਸਕਦੇ ਹਾਂ, ਇਹ ਵਾਲੀ ਸਖਤ ਹੁੰਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ ਹੋਰ ਵੀ ਬਹੁਤ ਸਾਰੀਆਂ ਤੁਹਾਡੇ ਨੀਅਰ ਅਬਾਊਟ ਸੋਲਿਡ ਦੀਆਂ ਐਗਜ਼ਾਮਪਲ ਆ ਜਿਹੜੀਆਂ ਕੀ ਆ ਸੋਲਿਡ, ਜਿਹੜੀ ਕੋਈ ਵੀ ਸੋਲਿਡ ਬੋਡੀ ਰਿजिड ਹੁੰਦੀ, ਚਾਹੇ ਤੁਸੀਂ ਸਟੋਨ ਦੀ ਗੱਲ ਕਰ ਲਓ, ਕਿਸੇ ਵੀ ਨੀਅਰ ਅਬਾਊਟ ਆਪਦੀ ਬੋਡੀ ਦੀ ਗੱਲ ਕਰ ਲਓ, ਅਗਰ ਉਹ ਬੋਡੀ ਸੋਲਿਡ ਫਾਰਮ ਚ ਰਿजिड ਹੋਊਗੀ। ਉਸ ਤੋਂ ਬਾਅਦ ਸੈਕੰਡ ਟਾਈਪ ਆ ਗਈ ਜੀ ਮੈਟਰ ਦੀ ਲਿਕੁਇਡ। ਲਿਕੁਇਡ ਦੇ ਵਿੱਚ ਵੇਖੋ ਜੀ ਕੀ ਹੁੰਦਾ ਵਾ, ਇਹਦੇ ਵਿੱਚ ਲਿਖਿਆ ਵਾ ਲਿਟਲ ਫਾਰ ਅਪਾਰਟ, ਇਟ ਹੈਵ ਲਿਟਲ ਫਾਰ ਅਪਾਰਟ ਇਨ ਮੋਲੀਕੂਲਸ, ਜਾਂ ਕਹਿ ਸਕਦੇ ਆ ਲਿਟਲ ਗੈਪ ਇਨ ਮੋਲੀਕੂਲਸ। ਇਹਦੇ ਵਿੱਚ ਕੀ ਹੋਊਗਾ ਜੀ ਛੋਟਾ ਜਿਹਾ ਗੈਪ ਹੋਊਗਾ। ਜਿਵੇਂ ਆਪਾਂ ਇੱਥੇ ਬਣਾ ਹੀ ਲੈਨੇ ਦੀ ਡਾਇਗਰਾਮ, ਇੱਥੇ ਮੈਂ ਡਾਇਗਰਾਮ ਦੀ ਜਨਰੇਟ ਕਰਦਾ। ਮੰਨ ਲਓ ਜੀ ਇਹ ਤੁਹਾਡੇ ਕੋਲ ਲਿਕੁਇਡ ਦੀ ਡਾਇਗਰਾਮ ਬਣਾਉਣ ਲੱਗਾ ਮੈਂ, ਇਹਦੇ ਵਿੱਚ ਕੋਈ ਇੱਕ ਮੋਲੀਕੂਲ ਇੱਥੇ ਹੋਊਗਾ, ਦੂਜਾ ਥੋੜਾ ਜਿਹਾ ਇੱਥੇ ਹੋਊਗਾ, ਤੀਜਾ ਥੋੜਾ ਜਿਹਾ ਇੱਥੇ ਹੋਊਗਾ, ਇਦਾਂ ਕਰਕੇ ਸਾਰੇ ਦੇ ਵਿੱਚ ਥੋੜਾ ਥੋੜਾ ਗੈਪ ਹੋਊਗਾ। ਕਹਿ ਸਕਦੇ ਆ इट हैव लिटिल फॉर अपॉट, ਜਾਂ ਕਹਿ ਸਕਦੇ ਆ ਲਿਟਲ ਗੈਪ ਇਨ ਮੋਲੀਕੂਲਸ। ਇਹਦੇ ਵਿੱਚ ਕੀ ਹੈ ਜੀ, ਜਾਂ ਤਾਂ ਲਿਟਲ ਫਾਰ ਅਪਾਰਟ, ਲਿਟਲ ਫਾਰ ਅਪਾਰਟ ਹੁੰਦਾ ਜੀ ਛੋਟੀ ਜੀ ਦੂਰੀ ਹੈ, ਇਹਨੂੰ ਆਪਾਂ ਕਹਿ ਸਕਦੇ ਆ ਲਿਟਲ ਮੀਨ ਛੋਟੀ, ਫਾਰ ਅਪਾਰਟ ਮੀਨ ਦੂਰੀ। ਲਿਟਲ ਫਾਰ ਅਪਾਰਟ ਮੀਨਸ ਇਹਦੇ ਮੋਲੀਕੂਲ ਦੇ ਵਿੱਚ ਛੋਟਾ ਜਿਹਾ ਗੈਪ ਆ, ਆਪਾਂ ਇਹਨੂੰ ਪੜ੍ਹ ਲਓ ਲਿਟਲ ਗੈਪ ਇਨ ਮੋਲੀਕੂਲਸ। ਇਹਦੇ ਵੇਖੋ ਜੀ ਮੋਲੀਕੂਲ ਵਿੱਚ ਥੋੜਾ ਥੋੜਾ ਗੈਪ ਹੈ। ਉਸ ਤੋਂ ਬਾਅਦ ਵੇਖੋ ਜੀ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਕੀ ਹੈ ਜੀ, ਉਹ ਵੀ ਲੈਸ ਹੋਊ। ਇਹਦੇ ਵਿੱਚ ਜ਼ਿਆਦਾ ਹੀ ਬੜੇ ਦੇ ਵਿੱਚ ਕੀ ਹੈ ਥੋੜਾ ਗੈਪ ਹੋਣ ਕਰਕੇ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਜਿਹੜਾ ਘੱਟ ਹੈ। ਉਸ ਤੋਂ ਬਾਅਦ ਵੇਖੋ ਜੀ ਇੰਟਰਮੋਲੀਕੂਲਰ ਸਪੇਸ ਜਿਹੜੀ ਮੋਰ ਹੈ, ਇਹਦੇ ਵਿੱਚ ਇੰਟਰਮੋਲੀਕੂਲਰ ਸਪੇਸ ਹੈ, ਇਹਦੇ ਵਿੱਚ ਗੈਪ ਹੈਗਾ ਨਾ, ਇਹਦੇ ਵਿੱਚ ਵੀ ਗੈਪ ਹੈਗਾ, ਇਹਦੇ ਵਿੱਚ ਸਪੇਸ ਹੈਗੀ, ਇਹਦੇ ਵਿੱਚ ਸਪੇਸ ਹੈਗੀ ਹੈ, ਮੇਨ ਇੰਟਰਮੋਲੀਕੂਲਰ ਸਪੇਸ ਜਿਹੜੀ ਮੋਰ ਹੈ। ਉਸ ਤੋਂ ਬਾਅਦ ਦੇਖੋ ਜੀ ਜਿਹੜੇ ਕੋਈ ਲਿਕੁਇਡ ਹੈ, ਲਿਕੁਇਡ ਦੀ ਬਹੁਤ ਵਧੀਆ ਪ੍ਰੋਪਰਟੀ ਸਾਰਿਆਂ ਨੂੰ ਪਤਾ ਵਾ, ਤੁਹਾਡੇ ਘਰਾਂ ਦੇ ਵਿੱਚ ਲਿਕੁਇਡ ਦੀ ਬੈਸਟ ਐਗਜ਼ਾਮਪਲ ਵਾਟਰ ਹੈ। ਵੇਖੋ ਜੀ ਵਾਟਰ ਕਿਹੜੀ ਫਾਰਮ 'ਚ ਹੁੰਦਾ, ਫਲੂਇਡ ਫਾਰਮ ਦੇ ਵਿੱਚ ਹੁੰਦਾ, ਠੀਕ ਹੈ ਜੀ। ਹੋਰ ਵੀ ਐਗਜ਼ਾਮਪਲ ਹੋ ਸਕਦੀ ਹੈ, ਤੇਲ ਦੀ ਐਗਜ਼ਾਮਪਲ ਲੈ ਸਕਦੇ ਜੀ, ਕੋਈ ਵੀ ਤੁਹਾਡਾ ਲੂਬਰੀਕੇਟਿੰਗ ਆਇਲ ਹੋ ਸਕਦਾ ਵਾ, ਤੁਹਾਡਾ ਮੋਬਿਲ ਆਇਲ ਹੁੰਦਾ ਵਾ, ਤੁਹਾਡਾ ਕਿਚਨ ਦੇ ਵਿੱਚ ਜਿਹੜਾ ਵੈਜੀਟੇਬਲ ਆਇਲ ਕਹਿ ਸਕਦੇ, ਇਹ ਦੀ ਗੱਲ ਕਰ ਸਕਦੇ। ਉਸ ਤੋਂ ਬਾਅਦ ਥਰਡ ਵਨ ਆਈ ਜੀ ਗੈਸ। ਗੈਸ ਦੇ ਵਿੱਚ ਵੇਖੋ ਜੀ ਫਾਰ ਅਪਾਰਟ ਵੀ ਬਹੁਤ ਜ਼ਿਆਦਾ ਦੂਰੀ ਹੁੰਦੀ ਹੈ, ਜਾਂ ਕਹਿ ਸਕਦੇ ਆ ਮੈਕਸਿਮਮ ਗੈਪ ਇਨ ਮੋਲੀਕੂਲਸ। ਇਹਦੀ ਆਪਾਂ ਡਾਇਗਰਾਮ ਬਣਾ ਲੈਨੇ। ਮੰਨ ਲਓ ਗੈਸ ਵਾਸਤੇ ਬਣਾਉਣ ਲੱਗੇ ਜੀ, ਇੱਕ ਮੋਲੀਕੂਲ ਇੱਥੇ ਹੋਊਗਾ, ਦੂਜਾ ਇੱਥੇ ਹੋਊਗਾ, ਤੀਜਾ ਇੱਥੇ ਹੋਊਗਾ, ਚੌਥਾ ਇੱਥੇ ਹੋਊਗਾ। ਵੇਖੋ ਜੀ ਇਹਦੇ ਜਿਹੜੇ ਗੈਸ ਦੇ ਮੋਲੀਕੂਲ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਗੈਪ ਹੈ, ਬਹੁਤ ਜ਼ਿਆਦਾ ਦੂਰੀ ਹੈ। ਸੋ ਇਹਦੇ ਕਰਕੇ ਕੀ ਹੋਊਗਾ ਜੀ, ਅਗਰ ਜ਼ਿਆਦਾ ਗੈਪ ਹੈ ਸਾਰੇ ਮੋਲੀਕੂਲ ਦੇ ਵਿੱਚ, ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਜਿਹੜਾ ਮਿਨੀਮਮ ਹੋਊਗਾ, ਇਹਨਾਂ ਦੇ ਜਿਹੜਾ ਅਟਰੈਕਸ਼ਨ ਫੋਰਸ ਹੈ ਬਹੁਤ ਘੱਟ ਹੋਊਗਾ। ਕਿਉਂ ਘੱਟ ਹੋਊਗਾ, ਕਿਉਂਕਿ ਇਹਦੇ ਵਿੱਚ ਜਿਹੜੇ ਮੋਲੀਕੂਲ ਹੈ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੋਊ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਸਟੈਂਸ ਹੈ। ਇਸ ਕਰਕੇ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਵੀ ਮਿਨੀਮਮ ਹੋਊਗਾ, ਬਟ ਇੰਟਰਮੋਲੀਕੂਲਰ ਸਪੇਸ ਮੈਕਸਿਮਮ ਹੋਊਗੀ। देखो स्पेस कितनी ज्यादा वा, इतने स्पेस ज्यादा वा, इतने स्पेस भी ज्यादा वा, मींस जितने भी मर्जी चेक कर लो, हर के मॉलिक्यूल दो मॉलिक्यूल दे विच
बहुत ज्यादा स्पेस है, मैं कह सकता इंटरमोलिकुलर स्पेस मैक्सिमम है बट इंटरमोलिकुलर ट्रैक्शन फोर्स मिनिमम है, क्योंकि दूरी ज्यादा वा इंटरमोलिकुलर ट्रैक्शन फोर्स मिनिमम होगा बट इंटरमोलिकुलर स्पेस जी मैक्सिमम होगी। उस तो बाद गैस की एक बहुत वधिया प्रॉपर्टी है जी गैस है कंप्रेस कर सकते हैं। क्यों कंप्रेस कर सकते हैं? वो बहुत सारा गैप होता वा, फिर कंप्रेस करके ही सिलेंडर के स्टोर कर लेंगे। ਤੁਹਾਡੇ ਘਰਾਂ ਦੇ ਵਿੱਚ LPG ਦਾ ਸਿਲੰਡਰ ਹੁੰਦਾ ਵਾ, ਉਹ ਚ ਕੀ ਹੁੰਦਾ ਜੀ, ਉਹਦੇ ਵਿੱਚ ਗੈਸ ਹੁੰਦੀ, ਕਿਹੜੀ ਗੈਸ ਹੁੰਦੀ ਹੈ? LPG, ਜਿਹਨੂੰ ਬੋਲਦੇ ਆ ਲਿਕੁਇਫਾਈਡ ਪੈਟਰੋਲੀਅਮ ਗੈਸ। ਜਾਂ ਫਿਰ ਕਿਹੜੀ ਗੈਸ ਹੁੰਦੀ ਆ? ਬਟੇਨ, ਪ੍ਰੋਪੇਨ, ਦੋ ਤਰ੍ਹਾਂ ਦੀ ਗੈਸ ਹੁੰਦੀ ਇਹਦੇ ਵਿੱਚ। ਚੈੱਕ ਕਰਿਓ ਜੇ ਅਗਰ ਉਹਦਾ ਕੈਮੀਕਲ ਫਾਰਮੂਲਾ ਵੇਖੋਗੇ ਨਾ, ਤੁਹਾਡੀ ਹੋਮੋਲੋਗੀ ਸੀਰੀਜ਼ ਵਿੱਚ ਤੁਸੀਂ ਪੜਿਆ ਹੋਣਾ ਬਟੇਨ ਤੇ ਪ੍ਰੋਪੇਨ। ਉਹ ਬਟੇਨ ਔਰ ਪ੍ਰੋਪੇਨ ਨੂੰ ਮਿਲ ਕੇ ਕੀ ਬਣਦੀ ਹੈ, ਜਿਹੜੀ ਸਾਡੇ ਘਰਾਂ ਦੇ ਵਿੱਚ LPG ਯੂਜ਼ ਹੁੰਦੀ ਉਹ ਬਣਦੀ ਹੈ। ਸੋ ਜਿਹੜੀ ਗੈਸ ਆ ਉਹਨੂੰ ਅਸੀਂ ਕੰਪਰੈਸ ਕਰ ਸਕਦੇ ਹਾਂ, ਕਹਿ ਸਕਦੇ ਹਾਂ ਕੰਪਰੈਸ ਨਹੀਂ ਦਬਾ ਸਕਦੇ ਹਾਂ, ਔਰ ਦਬਾ ਕੇ ਸਟੋਰ ਕਰ ਲੈਂਦੇ ਆ ਗੈਸ ਸਟੋਰਡ ਇਨ ਸਿਲੰਡਰ। ਅਸੀਂ ਸਿਲੰਡਰ ਦੇ ਵਿੱਚ ਨੂੰ ਸਟੋਰ ਕਰ ਸਕਦੇ ਹਾਂ ਕੰਪਰੈਸ ਕਰਕੇ। ਉਸ ਤੋਂ ਬਾਅਦ ਦੇਖੋ ਜੀ ਇਹ ਜਿਹੜੀਆਂ ਦੋ ਟਾਈਪਸ ਆ ਮੈਟਰ ਦੀਆਂ ਨਵੀਆਂ ਆਈਆਂ ਵਾ, ਮੀਨਸ ਕਹਿ ਸਕਦੇ ਹੋ ਸਕਦਾ ਤੁਸੀਂ ਨਾ ਸਟੱਡੀ ਕੀਤੀ ਹੋਣ ਪਰ ਹੁਣ ਬੁੱਕਸ ਦੇ ਵਿੱਚ ਵੀ ਸ਼ਾਇਦ ਇਹ ਆਨਲਾਈਨ ਵੀ ਹੁੰਦੀਆਂ। ਨੈਕਸਟ ਵਨ ਟਾਈਪ ਹੈ ਜੀ, ਫੋਰਥ ਵਨ ਟਾਈਪ ਹੈ ਮੈਟਰ ਦੀ ਪਲਾਜ਼ਮਾ। ਪਲਾਜ਼ਮਾ ਕੀ ਹੈ ਜੀ? ਇਟ ਇਜ਼ ਇੱਕ ਆਇਓਨਾਈਜ਼ਡ ਗੈਸ। ਆਇਓਨਾਈਜ਼ਡ ਗੈਸ ਕਿਹੜੀ ਹੁੰਦੀ ਹੈ ਜੀ? ਆਇਨ ਬਣ ਜਾਂਦੇ ਆ। ਜਿਵੇਂ ਮੰਨ ਲਓ ਆਪਾਂ NaCl ਦੀ ਗੱਲ ਕਰਦੇ ਆ ਨਾ, ਅਗਰ ਉਹਨੂੰ ਵਾਟਰ ਚ ਮਿਕਸ ਕਰਦੇ ਆ Na ਜਿਹੜਾ ਉੱਤੇ ਪੋਜ਼ਿਟਿਵ ਚਾਰਜ ਜਾਂਦਾ ਵਾ, Cl ਜਿਹੜਾ ਵਾ ਤੇ ਨੈਗੇਟਿਵ ਚਾਰਜ ਆ ਜਾਂਦਾ। ਇਦਾਂ ਜਿਹੜੀ ਆਇਓਨਾਈਜ਼ਡ ਗੈਸ ਆ ਉੱਤੇ ਵੀ ਕੀ ਹੁੰਦੇ ਨੇ? ਚਾਰਜ ਆ ਜਾਂਦੇ ਆ। ਇਸ ਕਰਕੇ ਕਹਿ ਸਕਦੇ ਆ ਪਲਾਜ਼ਮਾ ਇਟ ਇਜ਼ ਏ ਆਇਓਨਾਈਜ਼ਡ ਗੈਸ। ਹੁੰਦਾ ਕੀ ਹੈ ਜੀ ਇਹਦੇ ਵਿੱਚ? ਵੇਖੋ ਜੀ ਸਾਡੇ ਕੋਲ ਜਿਹੜੇ ਇਲੈਕਟ੍ਰੋਨ ਹੁੰਦੇ ਆ, ਤੁਹਾਨੂੰ ਪਤਾ ਜਿਹੜਾ ਕੋਈ ਵੀ ਐਟਮ ਹੈ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ, ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੁੰਦਾ ਵਾ, ਉਹਦੇ ਅਰਾਊਂਡ ਕੀ ਹੁੰਦੇ ਜੀ? ਆਰਬਿਟਸ ਹੁੰਦੇ ਆ। ਆਰਬਿਟਸ ਦੇ ਉੱਤੇ ਇਲੈਕਟ੍ਰੋਨ ਜਿਹੜੇ ਆ ਮੂਵ ਕਰਦੇ ਰਹਿੰਦੇ ਆ, ਇਲੈਕਟ੍ਰੋਨ ਦੇ ਨੈਗੇਟਿਵ ਚਾਰਜ ਹੁੰਦਾ ਵਾ। ਉਸ ਤੋਂ ਬਾਅਦ ਦੇਖੋ ਜੀ ਜਦੋਂ ਗੈਸ ਆਇਓਨਾਈਜ਼ਡ ਹੁੰਦੀ ਆ, ਜਿਹੜੇ ਲੋ એનર્ਜੀ ਲੈਵਲ ਤੇ ਇਲੈਕਟ੍ਰੋਨ ਬੈਠੇ ਆ ਉਹਨਾਂ ਨੂੰ ਕੋਈ ਨਾ ਕੋਈ એનર્ਜੀ ਮਿਲਦੀ ਹੈ। ਜਦੋਂ ਗੈਸ ਆਇਓਨਾਈਜ਼ਡ ਹੁੰਦੀ ਆ, ਜਿਹੜੇ ਲੋ એનર્ਜੀ ਲੈਵਲ ਤੇ ਕੋਈ ਇਲੈਕਟ੍ਰੋਨ ਬੈਠੇ ਆ ਉਹਨਾਂ ਨੂੰ ਕੋਈ એનર્ਜੀ ਮਿਲਦੀ। ਜਦੋਂ ਉਹਨਾਂ ਨੂੰ એનર્ਜੀ ਮਿਲਦੀ ਆ ਉਹ ਜ਼ਿਆਦਾ ਪਾਵਰਫੁਲ ਹੋ ਜਾਂਦੇ ਆ। ਉਹ ਕੀ ਕਰਦੇ ਆ ਜੀ? ਲੋ એનર્ਜੀ ਲੈਵਲ ਤੋਂ ਜੰਪ ਕਰਕੇ ਹਾਇਰ એનર્ਜੀ ਲੈਵਲ ਤੇ ਚਲੇ ਜਾਂਦੇ ਆ, ਔਰ ਹਾਇਰ એનર્ਜੀ ਲੈਵਲ ਤੇ ਜਾ ਕੇ ਬਹੁਤ ਜ਼ਿਆਦਾ એનર્ਜਾਈਜ਼ ਹੋ ਜਾਂਦੇ ਆ। ਔਰ ਵੇਖੋ ਜੀ ਇਹ ਚੀਜ਼ ਕਿੱਥੇ ਯੂਜ਼ ਹੁੰਦੀ ਹੈ? ਹੁਣ ਤੁਹਾਨੂੰ ਯੂਜ਼ੇਜ ਦੀ ਗੱਲ ਕਰਦਾ ਹਾਂ। ਅੱਜ ਕੱਲ ਤੁਸੀਂ LED ਡਿਸਪਲੇ ਵੇਖਦੇ ਜੀ, ਸਾਡੇ ਘਰਾਂ ਦੇ ਵਿੱਚ LED ਯੂਜ਼ ਹੁੰਦੀਆਂ ਨਾ, ਸਾਡੇ ਘਰਾਂ ਦੇ ਵਿੱਚ ਕਲਰਫੁਲ ਲਾਈਟਸ ਆਉਂਦੀਆਂ ਵਾ ਦੀਵਾਲੀ ਦੇ ਉੱਤੇ। ਵੇਖਿਓ ਜੀ LED ਲਾਈਟਸ ਅੱਜ ਕੱਲ ਜਿਹੜੀਆਂ ਜਗਦੀਆਂ ਦੂਰੋਂ ਦੇਖ ਪੈਂਦੀਆਂ ਵਾ, ਜਾਂ ਸਾਡੇ ਘਰਾਂ ਦੇ ਵਿੱਚ LED ਜਿਹੜੀਆਂ ਯੂਜ਼ ਹੁੰਦੀਆਂ ਵਾ। ਉਸ ਤੋਂ ਬਾਅਦ LED ਡਿਸਪਲੇ ਯੂਜ਼ ਹੁੰਦੀਆਂ। ਤੁਸੀਂ ਇੱਕ ਵੱਡੀ ਸਿਟੀ ਦੇ ਵਿੱਚ ਜਾਂਦੇ ਨਾ, ਬਹੁਤ ਵਧੀਆ ਵਧੀਆ ਡਿਸਪਲੇ ਚੱਲਦੀਆਂ ਵਾ। ਉਹ ਜਿਹੜੀਆਂ ਡਿਸਪਲੇ ਕਰਦੀਆਂ ਬਣਦੀਆਂ ਜੀ, ਜਿਹੜੀਆਂ LED ਲਾਈਟਸ ਆ ਡਿਸਪਲੇ ਬਣਦੀਆਂ ਵਾ, ਉਹ ਪਲਾਜ਼ਮਾ ਕਰਕੇ ਬਣਦੀਆਂ। ਪਲਾਜ਼ਮਾ ਦੇ ਵਿੱਚ ਕੀ ਹੈ ਜੀ? ਆਇਓਨਾਈਜ਼ਡ ਗੈਸ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਕਿਹੜੀ ਗੈਸ ਹੁੰਦੀ ਹੈ? CFL ਦਾ ਨਾਮ ਵੇਖੋ ਜੀ ਕੀ ਹੁੰਦਾ ਵਾ? ਆਪਾਂ ਕਹਿੰਦੇ ਨਾ ਕੰਪੈਕਟ ਫਲੋਰੋਸੈਂਟ ਲੈਂਪ। ਫਲੋਰੋਸੈਂਟ ਇੱਕ ਗੈਸ ਹੈ, ਇਹਦੇ ਵਿੱਚ ਜਿਹੜੀ ਫਲੋਰੋਸੈਂਟ ਆ ਉਹ ਕੀ ਹੈ ਜੀ? ਇੱਕ ਫਲੋਰੀਨ ਗੈਸ ਹੈ ਜਿਹੜੀ ਆਇਓਨਾਈਜ਼ ਕਰਕੇ ਉਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਨੈਕਸਟ ਟਾਈਪ ਹੈ ਲਾਸਟ ਵਨ, ਬੋਸ ਆਇਨਸਟਾਈਨ ਕੰਡੈਂਸੇਟ। ਇਹਨੂੰ ਵੀ ਸ਼ਾਰਟ ਦੇ ਵਿੱਚ ਕਹਿੰਦੇ BEC, ਔਰ ਇਹ ਫਿਫਥ ਟਾਈਪ ਹੈ ਜੀ ਮੈਟਰ ਦੀ। ਇਹਨੂੰ ਬੋਲਦੇ ਆ ਬੋਸ ਆਇਨਸਟਾਈਨ ਕੰਡੈਂਸੇਟ। ਔਰ ਇਹਦੇ ਵਿੱਚ ਹੁੰਦਾ ਕੀ ਹੈ ਜੀ? ਇਟ ਇਜ਼ ਏ ਸੁਪਰ ਕੂਲਡ ਐਟਮਸ। ਇਹ ਕੀ ਹੈ ਜੀ? ਇੱਕ ਸੁਪਰ ਕੂਲਡ ਐਟਮ ਹੁੰਦੇ ਆ। ਔਰ ਵੇਖੋ ਜੀ ਐਬਸੋਲੂਟ ਜ਼ੀਰੋ ਪ੍ਰੈਸ਼ਰ ਤੋਂ ਵੀ ਘੱਟ ਇਹਦਾ ਪ੍ਰੈਸ਼ਰ ਹੁੰਦਾ ਵਾ। ਐਬਸੋਲੂਟ ਜ਼ੀਰੋ ਟੈਂਪਰੇਚਰ ਤੋਂ ਘੱਟ ਦਾ ਟੈਂਪਰੇਚਰ ਚਲ ਜਾਂਦਾ, ਇਸ ਕਰਕੇ ਉਹਨੂੰ ਬੋਲਦੇ ਆ ਸੁਪਰ ਕੂਲਡ ਐਟਮਸ। ਐਬਸੋਲੂਟ ਜ਼ੀਰੋ ਟੈਂਪਰੇਚਰ ਕਿੰਨਾ ਹੁੰਦਾ ਜੀ? 0 ਕੈਲਵਿਨ ਹੁੰਦਾ ਵਾ, ਜਾਂ ਫਿਰ -273.15 ਡਿਗਰੀ ਸੈਲਸੀਅਸ। ਵੇਖੋ ਜੀ ਬਹੁਤ ਘੱਟ ਟੈਂਪਰੇਚਰ ਹੁੰਦਾ ਹੈ। ਬੋਸ ਆਇਨਸਟਾਈਨ ਕੰਡੈਂਸੇਟ ਦੇ ਵਿੱਚ ਕੀ ਹੁੰਦਾ ਜੀ? ਇਟ ਹੈਵ ਸੁਪਰ ਕੂਲਡ ਐਟਮਸ। ਸੁਪਰ ਕੂਲਡ में ਬਹੁਤ ਜ਼ਿਆਦਾ ਠੰਡੇ ਹੁੰਦੇ ਆ। ਕਹਿ ਸਕਦੇ ਆ ਕਿ ਜਾਂ ਇਹਨਾਂ ਦਾ ਟੈਂਪਰੇਚਰ, ਇਹਦਾ ਜਿਹੜਾ ਟੈਂਪਰੇਚਰ ਆ ਐਬਸੋਲੂਟ ਜ਼ੀਰੋ ਟੈਂਪਰੇਚਰ ਤੋਂ ਵੀ ਘੱਟ ਹੁੰਦਾ, ਮੀਨਸ 0 ਡਿਗਰੀ ਕੈਲਵਿਨ ਹੁੰਦਾ ਵਾ, ਜਾਂ ਫਿਰ -273.15 ਡਿਗਰੀ ਸੈਲਸੀਅਸ ਤੋਂ ਵੀ ਘੱਟ ਟੈਂਪਰੇਚਰ ਹੁੰਦਾ। ਮੀਨ ਇਹ ਤੁਹਾਡਾ ਐਬਸੋਲੂਟ ਜ਼ੀਰੋ ਟੈਂਪਰੇਚਰ ਆ, ਜੇ ਤੋਂ ਇਹ ਵਾਲੇ ਜਿਹੜੇ ਸੁਪਰ ਕੂਲਡ ਐਟਮ ਹੈ ਉਹਨਾਂ ਦਾ ਟੈਂਪਰੇਚਰ ਹੋਰ ਘੱਟ ਹੁੰਦਾ ਵਾ। ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਹੁੰਦਾ ਕੀ ਹੈ? ਇਹਦੇ ਵਿੱਚ ਜਿੰਨੇ ਵੀ ਸੁਪਰ ਕੂਲਡ ਐਟਮਸ ਆ, ਆਲ ਐਟਮਸ ਇੰਡੀਵਿਜੂਅਲੀ ਲੂਜ਼ ਆਇਡੈਂਟੀਟੀ। ਇਹਦੇ ਵਿੱਚ ਕੀ ਹੈ ਜੀ? ਜਿਹੜੇ ਸੁਪਰ ਕੂਲਡ ਐਟਮ ਆ ਉਹ ਆਪਦੀ ਆਇਡੈਂਟੀਟੀ ਜਿਹੜੀ ਆ ਇੰਡੀਵਿਜੂਅਲੀ ਲੂਜ਼ ਕਰਦੇ। ਮੀਨ ਜਿੰਨੇ ਵੀ ਇਹਦੇ ਵਿੱਚ ਐਟਮ ਹੋਣਗੇ, ਚਾਹੇ ਉਹ ਕਰੋੜਾਂ ਹੋਣ, ਲੱਖਾਂ ਹੋਣ, ਜਿੰਨੇ ਮਰਜ਼ੀ ਹੋਣ, ਜਾਂ ਸਾਨੂੰ ਦੀ ਗਿਣਤੀ ਨਹੀਂ ਪਤਾ, ਉਹ ਜਿੰਨੇ ਵੀ ਐਟਮ ਆ ਸਾਰੇ ਕੀ ਕਰਨਗੇ ਜੀ? ਵੱਖਰੇ ਵੱਖਰੇ ਆਪਦੀ ਆਇਡੈਂਟੀਟੀ ਲੂਜ਼ ਕਰਨਗੇ। ਮੀਨ ਸੈਪਰੇਟਲੀ ਇੰਡੀਵਿਜੂਅਲੀ ਆਪਦੀ ਆਇਡੈਂਟੀਟੀ ਲੂਜ਼ ਕਰਨਗੇ। ਸੋ ਇਹਦੇ ਨਾਲ ਜਿਹੜੀ ਇਹ ਬੋਸ ਆਇਨਸਟਾਈਨ ਕੰਡੈਂਸੇਟ ਆ ਇਹ ਵੀ ਖਤਮ ਹੁੰਦੀ ਆ। ਔਰ ਜਿਹੜਾ ਬੋਸ ਆਇਨਸਟਾਈਨ ਆ ਇਹ ਵੀ ਸ਼ਾਇਦ ਲਾਈਟਸ ਵਗੈਰਾ ਦੇ ਵਿੱਚ ਯੂਜ਼ ਹੁੰਦਾ ਵਾ। ਮੈਨੂੰ ਇਹਦੇ ਬਾਰੇ ਮੈਨੂੰ ਪੂਰੀ ਪ੍ਰੋਪਰ ਐਗਜ਼ਾਮਪਲ ਨਹੀਂ ਪਤਾ ਹੈਗੀ, ਬਟ ਇਹ ਵੀ ਚੀਜ਼ ਕਿਤੇ ਨਾ ਕਿਤੇ ਯੂਜ਼ ਜ਼ਰੂਰ ਹੁੰਦੀ ਹੋਊਗੀ। ਉਸ ਤੋਂ ਬਾਅਦ ਵੇਖੋ ਜੀ ਨੈਕਸਟ ਆਪਾਂ ਇਹਦੇ ਵਿੱਚ ਇਹਦੇ ਮੋਲੀਕੂਲਰ ਫੋਰਸ ਦੀ ਗੱਲ ਕਰ ਲੈਂਦੇ ਹਾਂ। ਹੁਣ ਮੋਲੀਕੂਲਰ ਫੋਰਸ ਵਾਸਤੇ ਇਹਨੂੰ ਰਬ ਕਰਨਾ ਪਊਗਾ, ਇਹਨੂੰ ਆਪਾਂ ਰੇਜ਼ ਕਰ ਲੈਂਦੇ ਹਾਂ। ਔਰ ਰੇਜ਼ ਕਰਨ ਤੋਂ ਬਾਅਦ ਫਿਰ ਆਪਾਂ ਆਪਦੇ ਨਿਊ ਟੌਪਿਕ ਤੇ ਜਾਵਾਂਗੇ ਜੀ। ਸੋ ਇਹਦੇ ਵਿੱਚ ਵੇਖੋ ਜੀ
देखो जी अगे इंटरमोलिकुलर अट्रैक्शन फोर्स की गल कर लेंगे या इंटरमोलिकुलर फोर्स की गल कर लेंगे। तुहानूं पता है इंटरमोलिकुलर फोर्स होंगे हमेशा अट्रैक्ट ही करते हैं, मोस्टली अट्रैक्ट करते हैं, रिपेल भी करने वाले मिलणगे। पर पहला आप इसकी गल करांगे जी। साडा टॉपिक चलता है स्टेट ऑफ मैटर, और स्टेट ऑफ मैटर दे विच असीं हुण गल करांगे जी इहदे विच इंटरमोलिकुलर फोर्स की। इंटरमोलिकुलर फोर्स, और देखो जी इंटरमोलिकुलर फोर्स है, तुहानूं पता तुहाडी बॉडी है, तुहाडी सारे दी बॉडी है। कोई कभी सोचिया कि साडी बॉडी के जिन्ने भी मॉलिक्यूल, जिन्ने भी साडी बॉडी किहनूं मिल के बनी है? एटम नूं मिल के बनी है। साडी बॉडी भी एक मैटर है, और तुसीं सोचिया कि साडी बॉडी जिहड़ी है वो किद्दां मतलब कि कह सकते हैं कंबाइन होकर रहिंदी, किद्दां जुड़ के रहिंदी है बॉडी, खिलरदी क्यों नहीं साडी बॉडी? ਉਹਦਾ ਕੀ ਕਾਰਨ ਹੈ ਕਿ ਉਹਦੇ ਵਿੱਚ ਵੀ ਜਿੰਨੇ ਵੀ ਆਪਣੀ ਬੋਡੀ ਦੇ ਵਿੱਚ ਐਟਮ ਆ ਸਾਰੇ ਵਿੱਚ ਕੀ ਲੱਗਦਾ ਪਿਆ ਵਾ? ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਲੱਗਦਾ ਪਿਆ। ਜਿੰਨੇ ਮੀਨਸ ਜਿੰਨੇ ਵੀ ਮੋਲੀਕੂਲ ਨੂੰ ਮਿਲ ਕੇ, ਜਿੰਨੇ ਵੀ ਐਟਮ ਨੂੰ ਮਿਲ ਕੇ ਸਾਡੀ ਬੋਡੀ ਬਣੀ ਆ, ਸਾਡੀ ਬੋਡੀ ਦੇ ਵਿੱਚ ਵੀ ਕੀ ਲੱਗਦਾ ਪਿਆ ਜੀ? ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਲੱਗਦਾ ਪਿਆ, ਕਿਉਂਕਿ ਸਾਡੀ ਬੋਡੀ ਵੀ ਇੱਕ ਮੈਟਰ ਹੀ ਹੈ। ਇਸ ਕਰਕੇ ਇਹਦੇ ਵਿੱਚ ਵੀ ਜਿੰਨੇ ਮੋਲੀਕੂਲ ਹੈ, ਜਿੰਨੇ ਵੀ ਐਟਮ ਆ, ਉਹਨਾਂ ਦੇ ਇਨ ਬਿਟਵੀਨ ਕੀ ਲੱਗਦਾ ਪਿਆ? ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਲੱਗਦਾ ਪਿਆ। ਸੋ ਵੇਖੋ ਜੀ ਜਿਹੜੇ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਆ ਉਹ ਵੀਕ ਹੁੰਦੇ ਆ, ਇਹ ਵੀ ਚੀਜ਼ ਚੇਤੇ ਰੱਖਣੀ ਹੈ। ਇਹਦੇ ਜਿਹੜੇ ਅਟਰੈਕਸ਼ਨ ਫੋਰਸ ਆ ਉਹ ਵੀਕ ਹੁੰਦੇ ਆ। ਅਸੀਂ ਵੀਕ ਕਿਉਂ ਆਨੇ ਆ ਜੀ ਇਹਨਾਂ ਨੂੰ? ਦੇਖੋ ਜੀ ਅਸੀਂ ਕੋਈ ਰਿਐਕਸ਼ਨ ਕਰਾਉਣੇ ਆ ਕਿਸੇ ਕੈਮੀਕਲ ਦੀ, ਜਿਹੜੇ ਉਹਦੇ ਵਿੱਚ ਬੌਂਡ ਹੁੰਦੇ ਆ, ਜਦੋਂ ਅਸੀਂ ਕਰਦੇ ਹਾਂ, ਜਦੋਂ ਰਿਐਕਸ਼ਨ ਕਰਦੇ ਕੀ ਹੁੰਦਾ ਜੀ? 올ਡ ਬੌਂਡ ਬ੍ਰੇਕ ਹੋ ਜਾਂਦੇ ਆ ਔਰ ਨਿਊ ਬੌਂਡ ਜਨਰੇਟ ਹੋ ਜਾਂਦੇ ਆ, ਔਰ ਸਾਨੂੰ ਕੀ ਆ ਜੀ ਕਿਸੇ ਦੋ ਰਿਐਕਟੈਂਟ ਤੋਂ ਬਾਅਦ ਜਾਂ ਟੂ ਔਰ ਮੋਰ ਰਿਐਕਟੈਂਟ ਤੋਂ ਬਾਅਦ ਸਾਨੂੰ ਨਿਊ ਪ੍ਰੋਡਕਟ ਮਿਲ ਜਾਂਦਾ ਵਾ। ਸੋ ਇਦਾਂ ਹੀ ਸਾਡੀ ਬੋਡੀ ਵੀ ਆ। ਅਗਰ ਅਸੀਂ ਬੋਡੀ ਦੇ ਬੌਂਡ ਦੀ ਗੱਲ ਕਰੀਏ, ਸਾਡੀ ਬੋਡੀ ਦੇ ਬੌਂਡ ਵੀ ਬ੍ਰੇਕ ਹੋ ਜਾਂਦੇ ਆ। ਕਿਤੇ ਸਾਡੀ ਬੋਡੀ ਦੇ ਉੱਤੇ ਕੋਈ ਬਾਉਂਡ ਵਗੈਰਾ ਹੋ ਜਾਂਦਾ, ਸੱਟ ਲੱਗ ਜਾਂਦੀ ਹੈ ਨਾ, ਕੋਈ ਸਾਨੂੰ ਕੋਈ ਸਾਡੀ ਚੀਜ਼ ਵੱਜ ਜਾਂਦੀ ਆ, ਕੋਈ ਕੱਟ ਲੱਗ ਜਾਂਦਾ ਸਾਡੀ ਬੋਡੀ ਦੇ ਉੱਤੇ। ਅਗਰ ਅਸੀਂ ਉਹਨੂੰ ਕੱਟ ਜਿਹੜਾ ਕੱਟ ਆ ਉਹਨੂੰ ਸਟਿਚ ਕਰਦੇ ਆ, ਆਫਟਰ ਸਟਿਚਿੰਗ ਕੀ ਹੁੰਦਾ ਵਾ? ਸਾਡੀ ਬੋਡੀ ਜਿਹੜੀ ਉੱਤੇ ਨਿਊ ਜਿਹੜਾ ਉਹ ਕਹਿ ਸਕਦੇ ਆ ਤੇ ਸਕਿਨ ਨਿਊ ਆ ਜਾਂਦੀ ਆ। ਕਹਿ ਸਕਦੇ ਕਿ ਜਿਹੜੇ ਬਾਉਂਡ ਆ ਉਹ ਭਰ ਜਾਂਦੇ ਆ। ਉਹਦੇ ਵਿੱਚ ਵੀ ਕਹਿ ਸਕਦੇ ਜਿਹੜੇ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਉਹ ਵੀਕ ਹੁੰਦੇ ਆ। ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਫਸਟ ਜਿਹੜਾ ਵਾ, ਫਸਟ ਦੀ ਟਾਈਪ ਆ ਗਈ ਆ। ਫਸਟ ਟਾਈਪ ਜਿਹੜੀ ਆ ਉਹ ਹੈਗੀ ਆ ਡਿਸਪਰਸ਼ਨ ਫੋਰਸ। ਦੇਖੋ ਜਿਹੜਾ ਡਿਸਪਰਸ਼ਨ ਫੋਰਸ ਆ ਇਹ ਕੀ ਹੁੰਦਾ ਵਾ? ਜਿਹੜਾ ਡਿਸਪਰਸ਼ਨ ਫੋਰਸ ਆ ਉਹਨੂੰ ਅਸੀਂ ਲੰਡਨ ਡਿਸਪਰਸ਼ਨ ਫੋਰਸ ਵੀ ਕਹਿ ਸਕਦੇ ਹਾਂ। ਇਹਦਾ ਨਾਲ ਹੀ ਨੋਟ ਕਰ ਲਿਓ, ਇਹਨੂੰ ਅਸੀਂ ਡਿਸਪਰਸ਼ਨ ਫੋਰਸ ਨੂੰ ਕੀ ਕਹਿ ਸਕਦੇ ਹਾਂ? ਲੰਡਨ ਡਿਸਪਰਸ਼ਨ ਫੋਰਸ ਵੀ ਕਹਿ ਸਕਦੇ ਹਾਂ। ਡਿਸਪਰਸ ਮੀਨ ਕੀ ਹੁੰਦਾ ਜੀ? ਫੈਲਣਾ ਕਿਸੇ ਚੀਜ਼ ਦਾ। ਸੋ ਇਹਦੇ ਵਿੱਚ ਦੇਖੋ ਜੀ ਜਿਹੜੇ ਡਿਸਪਰਸ਼ਨ ਫੋਰਸ ਆ ਇਹਦੀ ਪਹਿਲਾਂ ਤੁਸੀਂ ਡੈਫੀਨੇਸ਼ਨ ਨੋਟ ਕਰ ਲਓ। ਇਟ ਇਜ਼ ਨੌਨ ਪੋਲਰ, ਕਹਿ ਸਕਦੇ ਜੀ ਇਹ ਵਾਲੇ ਨੌਨ ਪੋਲਰ ਹੁੰਦੇ। ਨੌਨ ਪੋਲਰ ਮੀਨ ਇਹਦੇ ਵਿੱਚ no negative and positive charge, ਨਾ ਤਾਂ ਬਈ ਇਹਦੇ ਵਿੱਚ ਨੈਗੇਟਿਵ ਚਾਰਜ ਹੁੰਦਾ, ਨਾ ਹੀ ਇਹਦੇ ਵਿੱਚ ਪੋਜ਼ਿਟਿਵ ਚਾਰਜ ਹੁੰਦਾ ਵਾ। ਸੋ ਫਿਰ ਇਹ ਕਿੱਦਾਂ ਅਟਰੈਕਟ ਕਰਦੇ ਆ? ਦੇਖੋ ਜੀ ਨੌਨ ਪੋਲਰ ਦਾ ਮੀਨਿੰਗ ਜੋ ਹੁੰਦਾ ਵਾ, ਨਾ ਦੇ ਵਿੱਚ ਸਲਾਈਟਲੀ ਡੈਲਟਾ ਨੈਗੇਟਿਵ ਚਾਰਜ ਹੁੰਦਾ ਵਾ, ਨਾ ਇਹਦੇ ਵਿੱਚ ਸਲਾਈਟਲੀ ਡੈਲਟਾ ਪੋਜ਼ਿਟਿਵ ਚਾਰਜ ਹੁੰਦਾ ਵਾ। ਸੋ ਫਿਰ ਕਿਹੜਾ ਚਾਰਜ ਹੁੰਦਾ ਵਾ? ਪੋਜ਼ਿਟਿਵ ਦੇ ਵਿੱਚ ਦੇਖੋ ਜੀ ਲੋ ਪੋਜ਼ਿਟਿਵ, ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੈ ਜੀ? ਨੌਨ ਪੋਲਰ ਦੇ ਵਿੱਚ ਨਾ ਤੇ ਨੈਗੇਟਿਵ ਚਾਰਜ ਹੁੰਦਾ ਵਾ, ਨਾ ਪੋਜ਼ਿਟਿਵ ਚਾਰਜ ਹੁੰਦਾ ਵਾ। ਸੋ ਫਿਰ ਇਹ ਕੀ ਚੀਜ਼ ਹੁੰਦੀ ਆ? ਵੇਖੋ ਜੀ ਇਹਦੇ ਵਿੱਚ ਹੋਰ ਲਾਈਨ ਨਾਲੇ ਦੇ ਨੋਟ ਕਰੋ। ਇਟ ਇਜ਼ ਹੋਮੋਟੋਮਿਕ, ਇਟ ਇਜ਼ ਹੋਮੋਅਟੋਮਿਕ। ਭਾਈ ਇਹਨੂੰ ਹੋਮੋਟੋਮਿਕ ਕਿਉਂ ਬੋਲਿਆ ਵਾ? ਦੇਖੋ ਜੀ ਇਹਦੇ ਵਾਸਤੇ ਮੈਂ ਐਗਜ਼ਾਮਪਲ ਲੈਣਾ ਵਾ। ਸੋ ਐਗਜ਼ਾਮਪਲ ਵਾਸਤੇ ਲੈ ਲਈਏ ਜੀ ਮੈਂ ਆਇਓਡੀਨ, I2। ਦੇਖੋ ਜੀ ਇਹਦੇ ਵਿੱਚ ਆਇਓਡੀਨ ਦੇ ਦੋ ਮੋਲੀਕਿਊਲ ਹੈ। ਜਿਹੜੀ ਸਾਡੀ ਆਇਓਡੀਨ ਹੈ ਕਿਹੜਾ ਹੈ ਜੀ? ਇਹ ਗਰੁੱਪ 17 ਹੈ। ਆਇਓਡੀਨ ਸਾਡੇ ਗਰੁੱਪ 17 ਪਾਈ ਜਾਂਦੀ ਆ। ਦੇਖੋ ਜੀ ਆਇਓਡੀਨ ਦੇ ਵਿੱਚ ਦੋ ਮੋਲੀਕਿਊਲ ਹੈ, ਇੱਕ ਇਹ ਆਈ ਹੈ, ਇੱਕ ਇਹ ਆਈ ਹੈ। ਦੇਖੋ ਜੀ ਜਿਹੜਾ ਆਇਓਡੀਨ ਹੈ ਉਹਦੇ ਕੋਲ 7 ਕਹਿ ਸਕਦੇ ਆ ਇਲੈਕਟ੍ਰੋਨ ਹੁੰਦੇ ਆ। ਦੋ ਇੱਥੇ ਆ ਗਏ, ਆਊਟਰਮੋਸਟ ਸੈੱਲ ਦੇ ਵਿੱਚ 7 ਇਲੈਕਟ੍ਰੋਨ ਹੁੰਦੇ ਆ। ਦੋ ਇੱਥੇ ਆ ਗਏ, ਦੋ ਇੱਥੇ ਆ ਗਏ, ਇੱਕ ਇਲੈਕਟ੍ਰੋਨ ਇੱਥੇ ਆ ਗਿਆ। ਇਹ ਜਿਹੜਾ ਆਇਓਡੀਨ ਹੈ ਦੇਖੋ ਦੋ ਆਇਓਡੀਨ ਹੈ, ਇੱਕ ਆਇਓਡੀਨ ਇੱਧਰ ਬਣਾ ਲਿਆ। ਇਹਦੇ ਕੋਲ ਵੀ ਕੀ ਹੋਣਗੇ? ਇਹਦੇ ਆਊਟਰਮੋਸਟ ਸੈੱਲ ਦੇ ਵਿੱਚ ਵੀ ਹੋਣਗੇ 7 ਇਲੈਕਟ੍ਰੋਨ ਹੋਣਗੇ। ਦੋ ਇੱਥੇ ਆ ਗਏ, ਦੋ ਇੱਥੇ ਆ ਗਏ, ਦੋ ਇੱਥੇ ਆ ਗਏ ਔਰ ਇੱਕ ਇੱਥੇ ਆ ਗਿਆ। ਦੇਖੋ ਜੀ ਜਿਹੜਾ ਇਹ ਇਲੈਕਟ੍ਰੋਨ ਹੈ ਔਰ ਜਿਹੜਾ ਇਹ ਇਲੈਕਟ੍ਰੋਨ ਹੈ ਸਿੰਗਲ ਇਲੈਕਟ੍ਰੋਨ ਹੈ। ਦੋਵਾਂ ਦੇ ਵਿੱਚ ਕੀ ਹੋਊਗੀ ਜੀ? ਦੋਵਾਂ ਦੇ ਵਿੱਚ ਕੋਵੈਲੈਂਟ ਬੌਂਡਿੰਗ ਹੋਊਗੀ। ਦੋਵਾਂ ਦੇ ਵਿੱਚ ਕੋਵੈਲੈਂਟ ਬੌਂਡਿੰਗ ਹੋਊਗੀ। ਸੋ ਦੇਖੋ ਜੀ ਕੋਵੈਲੈਂਟ ਬੌਂਡਿੰਗ ਜਿਹੜੀ ਹੁੰਦੀ ਪਈ ਕਿੱਦਾਂ ਹੁੰਦੀ ਪਈ ਹੈ? ਥੋੜੀ ਜਿਹੀ ਲਾਈਨ ਜਿਹੜੀ ਸਿੱਧੀ ਮਾਰਨੀ ਹੈ ਬਿਲਕੁਲ ਆਪਾਂ। ਉਹ ਦੋਨੋਂ ਬੌਂਡਾਂ ਦੇ ਵਿੱਚ ਬੌਂਡ ਦੇ ਵਿੱਚ ਕੀ ਹੁੰਦੀ ਪਈ ਹੈ? ਕੋਵੈਲੈਂਟ ਬੌਂਡਿੰਗ ਹੁੰਦੀ ਪਈ ਹੈ। ਮੀਨਸ ਦੋਨੋਂ ਆਪਦੇ ਇਲੈਕਟ੍ਰੋਨ ਜਿਹੜੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਪਏ, ਕਹਿ ਸਕਦੇ ਸ਼ੇਅਰ ਪੇਅਰ ਆਫ ਇਲੈਕਟ੍ਰੋਨ। ਇਹਨੂੰ ਆਪਾਂ ਸ਼ੇਅਰ ਪੇਅਰ ਆਫ ਇਲੈਕਟ੍ਰੋਨ ਕਹਿ ਸਕਦੇ ਹਾਂ ਜਾਂ ਇਲੈਕਟ੍ਰੋਨ ਸ਼ੇਅਰਿੰਗ ਕਹਿ ਸਕਦੇ ਹਾਂ। ਇਹਦੇ ਮੈਂ ਲਿਖ ਹੀ ਦੇਣਾ ਵਾ, ਤੁਸੀਂ ਕਾਪੀ ਤੇ ਨੋਟ ਕਰ ਲਓ। ਇਹਦੇ ਜਿਹੜੀ ਇਲੈਕਟ੍ਰੋਨ ਦੀ ਸ਼ੇਅਰਿੰਗ ਹੁੰਦੀ ਪਈ ਹੈ, ਕਿਹਦੇ ਵਿੱਚ ਸ਼ੇਅਰਿੰਗ ਹੁੰਦੀ ਪਈ ਜੀ? ਦੋਨੋਂ ਆਇਓਡੀਨ ਦੇ ਵਿੱਚ। ਸੋ ਵੇਖੋ ਜੀ ਇਹਦੇ ਵਿੱਚ ਕੀ ਹੋਇਆ?
ਇਹਦੇ ਵਿੱਚ ਕਹਿ ਸਕਦੇ ਆ ਕਿ ਨਾ ਨੈਗੇਟਿਵ ਚਾਰਜ ਹੈ ਨਾ ਪੋਜ਼ਿਟਿਵ ਚਾਰਜ ਹੈ, ਫਿਰ ਵੀ ਇਹ ਕਿਦਾਂ ਕੋਵੈਲੈਂਟ ਬੌਂਡਿੰਗ ਹੁੰਦੀ ਜਾਂਦੀ ਹੈ। ਸੋ ਵੇਖੋ ਜੀ ਇਹਨੂੰ ਲਿਖਿਆ ਹੋਮੋਟੋਮਿਕ ਵੀ ਸੇਮ ਐਲੀਮੈਂਟ ਯੂਜ਼ ਹੁੰਦੇ ਪਏ। ਇਹਦੇ ਵਿੱਚ ਵੇਖੋ ਜੀ ਇੱਕ ਆਇਓਡੀਨ ਜਿਹੜਾ ਦੂਜੇ ਆਇਓਡੀਨ ਨਾਲ ਰਿਐਕਟ ਕਰਦਾ ਪਿਆ ਵਾ, ਇੱਕ ਆਇਓਡੀਨ ਦੂਜੇ ਆਇਓਡੀਨ ਨਾਲ ਰਿਐਕਟ ਕਰਦਾ ਪਿਆ ਵਾ, ਔਰ ਦੋਨਾਂ ਦੀ ਪ੍ਰੋਪਰਟੀ ਸੇਮ ਹੋਊਗੀ। ਅਗਰ ਇਹ ਇਲੈਕਟ੍ਰੋਨੈਗੇਟਿਵ ਹੈ ਤੇ ਇਹ ਵੀ ਇਲੈਕਟ੍ਰੋਨੈਗੇਟਿਵ ਹੀ ਹੋਊਗਾ। ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ 7 ਇਲੈਕਟ੍ਰੋਨ ਹੈ। ਸੋ ਇਹ ਵਾਲੇ ਆਇਓਡੀਨ ਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਵੀ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਵੀ 7 ਇਲੈਕਟ੍ਰੋਨ ਹੀ ਹੋਣਗੇ। ਔਰ ਵੇਖੋ ਜੀ ਉਸ ਤੋਂ ਬਾਅਦ ਦੱਸ ਦਾਂਗੇ ਇਹਦੇ ਵਿੱਚ ਜਿਹੜੀ ਇਹ ਬੌਂਡਿੰਗ ਹੋਈ ਕਿੱਦਾਂ ਹੋਈ, ਜਾਂ ਇਹਦੇ ਵਿੱਚ ਜਿਹੜੀ ਇਹ ਕਹਿ ਸਕਦੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਇੰਟਰਮੋਲੀਕੂਲਰ ਅਟਰੈਕਸ਼ਨ ਫੋਰਸ ਉਹ ਕਿੱਦਾਂ ਕ੍ਰੀਏਟ ਹੋਈ। ਸੋ ਵੇਖੋ ਜੀ ਇਹਦੇ ਵਿੱਚ ਇੱਕ ਆਇਓਡੀਨ ਆਪਾਂ ਇੱਥੇ ਬਣਾ ਲੈਂਦੇ, ਮੰਨ ਲਓ ਜਿਹੜਾ ਇਹ ਆਇਓਡੀਨ ਹੈ ਇਹਦੇ ਵਿੱਚ ਕੋਈ ਨਾ ਕੋਈ ਐਟਮ ਹੋਣਗੇ ਜੀ, ਕੋਈ ਨਾ ਕੋਈ ਐਟਮ ਹੋਣਗੇ। ਦੇਖੋ ਜੀ ਇਹ ਐਟਮ ਬਣਾ ਲਿਆ ਵਾ, ਐਟਮ ਦੇ ਸੈਂਟਰ ਦੇ ਵਿੱਚ ਕੀ ਹੋਊਗਾ, ਨਿਊਕਲੀਅਸ ਹੋਊਗਾ, ਔਰ ਨਿਊਕਲੀਅਸ ਦੇ ਉੱਤੇ ਕੀ ਹੋਊਗਾ ਜੀ, ਪੋਜ਼ਿਟਿਵ ਚਾਰਜ ਹੋਊਗਾ। ਠੀਕ ਹੈ ਜੀ। ਉਸ ਤੋਂ ਬਾਅਦ ਵੇਖੋ ਜੀ ਜਿਹੜਾ ਨਿਊਕਲੀਅਸ ਆ ਉਹਦੇ ਆਊਟਰਮੋਸਟ ਕਹਿ ਸਕਦੇ ਆ ਕਿ ਉਹਦੇ ਅਰਾਊਂਡ ਕੀ ਹੋਣਗੇ, ਸ਼ੈਲ ਹੋਣਗੇ ਜਾਂ ਆਰਬਿਟਸ ਹੋਣਗੇ। ਆਰਬਿਟਸ ਤੇ ਕੀ ਹੋਣਗੇ ਜੀ, ਇਲੈਕਟ੍ਰੋਨ ਹੋਣਗੇ। ਚਲੋ ਇੱਥੇ ਆਪਾਂ ਇੱਕ ਇਲੈਕਟ੍ਰੋਨ ਬਣਾ ਲੈਂਦੇ ਸਮਝਣ ਵਾਸਤੇ, ਇੱਕ ਇਲੈਕਟ੍ਰੋਨ ਹੋਊਗਾ। ਉਸ ਤੋਂ ਬਾਅਦ ਦੇਖੋ ਜਿਹੜਾ ਇਹ ਦੂਸਰਾ ਆਇਓਡੀਨ ਹੈ ਇਹਦੀ ਡਾਇਗਰਾਮ ਬਣਾ ਲਈਏ ਕਿ ਇਹਦਾ ਨਿਊਕਲੀਅਸ ਹੈ ਜੀ ਦੂਸਰੇ ਆਇਓਡੀਨ ਦਾ, ਔਰ ਨਿਊਕਲੀਅਸ ਤੇ ਕਿਹੜਾ ਚਾਰਜ ਹੋਊਗਾ, ਪੋਜ਼ਿਟਿਵ। ਔਰ ਜਿਹੜਾ ਇਹਦੇ ਅਰਾਊਂਡ ਇਹਦੇ ਆਰਬਿਟਸ ਹੈ ਉਹਦੇ ਉੱਤੇ ਕੀ ਹੈ ਕਿ ਕਿਸੇ ਫਿਰ ਇਲੈਕਟ੍ਰੋਨ ਬਣਾ ਲੈਂਦੇ, ਮੰਨ ਲਓ ਇੱਥੇ ਵੀ ਇੱਕ ਇਲੈਕਟ੍ਰੋਨ ਬਣਾ ਲਿਆ। ਉਸ ਤੋਂ ਬਾਅਦ ਦੇਖੋ ਜੀ ਹੁਣ ਕੀ ਹੋਊਗਾ, ਇੱਕ ਤੁਸੀਂ ਇਹਦੇ ਵਿੱਚ ਵਰਡ ਯੂਜ਼ ਕਰਨਾ ਡਿਸਟੋਰਸ਼ਨ। ਡਿਸਟੋਰਸ਼ਨ ਮੀਨ ਤੋੜ ਮਰੋੜ ਕਰਨਾ, ਕਿਸੇ ਚੀਜ਼ ਨੂੰ ਤੋੜਨਾ, ਕਿਸੇ ਚੀਜ਼ ਦਾ ਸ਼ੇਪ ਐਂਡ ਸਾਈਜ਼ ਚੇਂਜ ਕਰਨਾ ਆਪਾਂ ਕਹਿ ਸਕਦੇ ਹਾਂ। ਦੇਖੋ ਜੀ ਇਹ ਵਾਲਾ ਤੁਹਾਡਾ ਇਹ ਆਇਓਡੀਨ ਦਾ ਵਾ, ਇਹ ਵਾਲੇ ਆਇਓਡੀਨ ਦਾ ਇਹ ਵਾਲਾ ਆਪਾਂ ਐਟਮ ਬਣਾ ਲਿਆ, ਇਹ ਵਾਲੇ ਆਇਓਡੀਨ ਦਾ ਇਹ ਐਟਮ ਬਣਾ ਲਿਆ। ਹੁਣ ਦੋਨਾਂ ਦੇ ਵਿੱਚ ਇਹ ਰਿਐਕਸ਼ਨ ਕਰਾਉਣੀ ਹੈ। ਰਿਐਕਸ਼ਨ ਹੋਣਾ ਚਾਹੀਦੀ ਸਮਝਣ ਵਾਸਤੇ ਇੱਕ ਹੀ ਇਲੈਕਟ੍ਰੋਨ ਲਿਆ ਵਾ, ਇੱਕ ਹੀ ਨਿਊਕਲੀਅਸ ਲਿਆ ਵਾ। ਇਹਦੇ ਵਿੱਚ ਵੀ ਇੱਕ ਹੀ ਇਲੈਕਟ੍ਰੋਨ ਇੱਕ ਹੀ ਨਿਊਕਲੀਅਸ ਲਿਆ ਵਾ। ਦੇਖੋ ਜੀ ਇਲੈਕਟ੍ਰੋਨ ਦਾ ਨੈਗੇਟਿਵ ਚਾਰਜ ਹੈ, ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੈ। ਹੁਣ ਕੀ ਹੋਊਗਾ ਜੀ, ਜਿਹੜਾ ਇਲੈਕਟ੍ਰੋਨ ਹੈ ਘੁੰਮਦਾ ਪਿਆ ਇਹਦੇ ਲੱਗੇ ਕੀ ਹੈ ਜੀ, ਰੋਟੇਟ ਕਰਦਾ ਪਿਆ। ਜਦੋਂ ਇਲੈਕਟ੍ਰੋਨ ਜਿਹੜਾ ਇੱਥੇ ਰੋਟੇਟ ਕਰੂਗਾ, ਰੋਟੇਟ ਕਰਦਾ ਕਰਦਾ ਇਲੈਕਟ੍ਰੋਨ ਇੱਥੇ ਆ ਗਿਆ। ਜਦੋਂ ਇਹ ਇਲੈਕਟ੍ਰੋਨ ਇੱਥੇ ਆ ਗਿਆ ਨਾ, ਮੰਨ ਲਓ ਇਹ ਜਗ੍ਹਾ ਦੇ ਉੱਤੇ ਆ ਗਿਆ, ਇਹ ਕੀ ਕਰੂਗਾ ਜੀ, ਜਿਹੜਾ ਇਹ ਵਾਲਾ ਨਿਊਕਲੀਅਸ ਹੈ, ਕਿਉਂਕਿ ਜਿਹੜਾ ਇਲੈਕਟ੍ਰੋਨ ਦੇ ਨੈਗੇਟਿਵ ਚਾਰਜ ਹੈ, ਇਹ ਵਾਲੇ ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੈ, ਇਹ ਕੀ ਕਰੂਗਾ ਜੀ, ਜਦੋਂ ਇਹ ਇਲੈਕਟ੍ਰੋਨ ਇੱਥੇ ਆਊਗਾ, ਇਹ ਵਾਲਾ ਜਿਹੜਾ ਨੈਗੇਟਿਵ ਚਾਰਜ ਹੈ ਇਹ ਵਾਲੇ ਪੋਜ਼ਿਟਿਵ